ਭਗਤ ਵਛਲ ਕਰਣਾ ਨਿਧਾਨ, ਦੀਨਾ ਬੰਧੂ ਪਤਿਤ ਪਾਵਨ, ਜਗਤ ਗੁਰੂ ਨਿਰੰਜਨੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਪ੍ਰਬੰਧਕਾਂ ਦੇ ਸ੍ਰੇਸ਼ਟ ਉਦਮ ਦੁਆਰਾ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸ਼ਾਮ ਦੇ ਦੀਵਾਨ ਸਜੇ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਮਹਾਰਾਜ ਦੇ ਸੇਵਾਦਾਰਾਂ ਨੇ ਸ਼੍ਰੀ ਰਹਿਰਾਸ ਸਾਹਿਬ ਜੀ ਦਾ ਨਿਤਨੇਮ ਸਾਰੀ ਸੰਗਤ ਨੂੰ ਸਰਵਣ ਕਰਾਇਆ ਹੈ। ਉਪਰੰਤ ਜੋਤੀ ਟਕਸਾਲ ਦੇ ਵਿਦਿਆਰਥੀਆਂ ਨੇ ਬਹੁਤ ਪਿਆਰ ਦੇ ਨਾਲ ਥੋੜ੍ਹੇ ਸਮੇਂ ਵਿੱਚ ਬਾਣੀ ਦਾ ਕੀਰਤਨ, ਜਿਨ੍ਹਾਂ ਦਸੰਧੜਿਆਂ ਦੁਰਮਤ ਵੰਝੈ ਮਿੱਤਰ ਸਾੜੜੇ ਸਈ, ਹੋਂ ਢੁਢੇਦੇ ਜਗ ਸਵਾਇਆ, ਜਨ ਨਾਨਕ ਬਿਰਲੇ ਕਈ। ਕਿਉਂਕਿ ਜਿਹੜੀਆਂ ਪਵਿੱਤਰ ਚੀਜ਼ਾਂ ਹੁੰਦੀਆਂ, ਕੀਮਤੀ ਵਸਤੂਆਂ ਹੁੰਦੀਆਂ, ਬਹੁਤੀਆਂ ਨਹੀਂ ਹੁੰਦੀਆਂ, ਥੋੜ੍ਹੀਆਂ ਹੁੰਦੀਆਂ। ਜੰਗਲਾਂ ਵਿੱਚ ਬਹੁਤ ਤਰ੍ਹਾਂ ਦੇ ਜਾਨਵਰ ਹੈ, ਸ਼ੇਰ ਵਿਰਲੇ ਵਿਰਲੇ ਹੈ, ਉਹਨਾਂ 'ਚੋਂ ਕੇਰੀ ਹੈ, ਬਬਰ ਹੈ, ਉਹ ਵੀ ਵਿਰਲੇ ਨਿਕਲਦੇ। ਪਹਾੜ ਪੱਥਰ ਬਹੁਤ ਭਰੇ ਪਏ ਹੈ, ਪਰ ਹੀਰੇ ਬਿਰਲੇ ਹੀ ਹੈ। ਇਸ ਤਰ੍ਹਾਂ ਮਨੁੱਖ ਤਾਂ ਸਾਰੇ ਹੀ ਹੈ, ਪਰ ਮਨੁੱਖਾਂ ਦੇ ਵਿੱਚੋਂ ਕੋਈ ਡਾਕਟਰ ਬਣਨਾ, ਫਿਲਾਸਫਰ ਬਣਨਾ, ਇੰਜੀਨੀਅਰ ਬਣਨਾ, ਕੋਈ ਸਾਇੰਸਿਸਟ ਹੈ, ਜਾਂ ਕੋਈ ਧਰਮੀ ਨੇਤਾ ਹੈ, ਇਹ ਵੀ ਬਿਰਲੇ ਹੁੰਦੇ ਆ। ਪਰ ਇਹਨਾਂ ਸਾਰਿਆਂ ਵਿੱਚੋਂ ਕਿਸੇ ਸੰਤ ਦਾ ਹੋਣਾ, ਸੂਰਮੇ ਦਾ ਹੋਣਾ, ਦਾਨੀ ਦਾ ਹੋਣਾ, ਇਹ ਹੋਰ ਵੀ ਬਹੁਤ ਘੱਟ ਮਿਲਦੇ ਆ। ਇਸ ਵਾਸਤੇ ਉਹਨਾਂ ਵਾਸਤੇ ਮਹਾਰਾਜ ਨੇ ਇਸ਼ਾਰਾ ਦਿੱਤਾ ਕਿ ਜਿਨ੍ਹਾਂ ਦੇ ਦਰਸ਼ਨ ਦੀਦਾਰ ਕਰਨਾ, ਅੰਮ੍ਰਿਤ ਵਚਨ ਸੁਣਨ ਨਾਲ ਖੋਟੀ ਮੱਤ ਜਿਹੜੀ ਹੈ ਨਾਸ ਹੋ ਜਾਂਦੀ ਹੈ, ਸ਼ੁਭ ਮੱਤ ਦਾ ਪ੍ਰਕਾਸ਼ ਹੁੰਦਾ ਹੈ। ਉਹ ਬਿਰਲੇ ਹੈ। ਪੁੱਠੀ ਮੱਤ ਦੇਣ ਵਾਲਿਆਂ ਦੇ ਤਾਂ ਟੋਲੇ ਥਾਂ ਥਾਂ ਬੈਠੇ ਆ, ਪਰ ਚੰਗੀ ਸ੍ਰੇਸ਼ਟ ਮੱਤ ਦੇਣ ਵਾਲੇ ਬਿਰਲੇ ਬਿਰਲੇ ਮਿਲਦੇ ਆ। ਨਸ਼ੇ ਪੀਣ ਵਾਲੇ, ਪਲਾਉਣ ਵਾਲੇ ਔਰ ਇਸ ਤੋਂ ਵਿਸ਼ਈ ਲੋਕ ਹੈ, ਪੰਬਰ ਲੋਕ ਹੈ, ਬੇਅੰਤ ਮਿਲਣਗੇ। ਪਰ ਜਗਿਆਸੂ ਬਿਰਤੀ ਵਾਲੇ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਮਿਲਣ ਦੀ ਇੱਛਾ, ਉਹ ਬਿਰਲੇ ਹੈ। ਜਗਿਆਸੂਆਂ ਤੋਂ ਕਿ ਜਿਹੜੇ ਗਿਆਨਵਾਨ ਪੁਰਸ਼ ਹੈ, ਜਿਨ੍ਹਾਂ ਨੂੰ ਆਤਮਾ ਪਦ ਦੀ ਪ੍ਰਾਪਤੀ ਹੋ ਗਈ ਹੈ, ਉਹ ਹੋਰ ਵੀ ਵਿਰਲੇ ਹੈ। ਹੈਨ ਵਿਰਲੇ ਨਾਹੀ ਕਣੇ, ਫੈਲ ਫਕੜ ਸੰਸਾਰ। ਇਹ ਨਹੀਂ ਕਿਹਾ ਜਾਂਦਾ ਵੀ ਹੈ ਨਹੀਂ, ਹੈਗੇ ਆ, ਵਿਰਲੇ ਆ। ਜੇ ਕਹੀਏ ਵੀ ਬੀਜ ਨਾ ਆਸਿਆ ਕਈਆਂ ਤੂੰ ਲਕੀਰੇ ਫੇਰਤੀ, ਇਹ ਸੰਤ ਕੋਈ ਹੈ ਹੀ ਨਹੀਂ, ਕੰਮੇ ਨਿਬੇੜ ਦਿੱਤਾ। ਪਰ ਐਸਾ ਨਹੀਂ। ਇਹ ਗੁਰੂ ਨਾਨਕ ਪਾਤਸ਼ਾਹ ਦਾ, ਕਲਗੀਧਰ ਪਾਤਸ਼ਾਹ ਦਾ ਪੰਥ ਹੈ। ਇਹ ਕਦੀ ਵੀ ਤੋਂ ਖਾਲੀ ਨਹੀਂ ਹੋ ਸਕਦਾ, ਕਿਉਂਕਿ ਇਹਦੀ ਸਿਰਜਣਾ ਅਕਾਲ ਪੁਰਖ ਦੇ ਹੁਕਮ ਵਿੱਚ ਹੋਈ ਹੈ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰਮਾਤਮਾ ਦੀ ਮੌਜ ਵਿੱਚ ਇਹ ਪੈਦਾ ਹੋਇਆ। ਸਿੱਖ ਕੌਮ ਦੀ ਗਿਣਤੀ ਭਾਵੇਂ ਘੱਟ ਹੈ,
पर इन्होंने विद्वान भी बहुत पैदा किए, सूरमे भी बहुत, दानी भी बेअंत, परोपकारी भी, ते नाम की कमाई वाले नाम रसीए महापुरख भी बेअंत पैदा किए, पिछे भी हुण गांह भी होंदे रहने हैं। ये गुरु महाराज की बड़ी देन है। सिखां विच दो तीन चीज़ां जिहड़ियां इन्हां नूं नुकसान पहुँचा रही। एक तो नशा बहुत आ गया, दूसरा इन्होंने अपना जड़ा कर्म धर्म वो त्यागना शुरू करता। रोमां की बेअदबी धड़ाधड़ हो रही है। वो भाइयों च नहीं, माइयां च भी बीमारी आ गई है। और जिहड़ी फोटिया ये बड़ी है बेइतफाकी। एक चंगे पुरुषों की आलोचना वाला भाव बहुत ज़्यादा बढ़ गया। ये ऐसियां चीज़ां जिहड़ियां साढ़े सारे पवित्र गुणां दे पानी फेर रही। इन्हां दे निशान धाम सारे संसार विच है। लंगर बेअंत चलते हैं, प्रचार बड़े हो रहे हैं, कुर्बानी नूं हर थां मोहरे है। और दुनिया के बड़े बड़े जंगल इन्होंने आबाद किए है। जिहड़ा मोर्चा नहीं फतेह होंदा उत्थे जांदे आ। बेअंत गुण हैं अज भी हैगे, पर आ जिहड़ियां दो चार बीमारियां पैदा हो गई ना, जिवें दुध विच कांजी पै जाए तो वह फुट जाता। बिगड़ियो चाटा दुध का, कांजी की चुख है। भाई गुरदास साहब कहते भी चाटा दुध का भरिया, कांजी थोड़ी जी पै जाए फुट जाता ना। ये जिहड़े औगण आ ये साडा नुकसान कर रहे हैं। अगर इन्हां दा त्याग कर दईए, दुनिया की कोई ताकत ऐसी नहीं जो खालसा पंथ के अगे खड़ सके। ये बचनां नूं ध्यान विच रख के अमल विच अज लियाउण दी लोड़ है। एक बारी भूतपूर्व हिंदुस्तान के प्राइम मिनिस्टर ने यह गल कही सी, अटल बिहारी वाजपेयी ने, कई इस वेले लोग चंद वाल जा रहे हैं, होर ग्रहां वाल जा रहे हैं। कोई जाके अपने फार्म बनाएगा, फैक्ट्रियां लाएगा, चंगे मकान बनाएगा, अपनी सुख सुविधा। पर जे गुरु नानक पातशाह कलगीधर दा सिख चले गया, ये सब तो पहला केसरी निशान चलाएगा, गुरुद्वारा साहब बनाएगा, गुरु ग्रंथ साहब का प्रकाश करेगा, संगत पंगत दी मर्यादा कथा कीर्तन दीवान लाएगा। ये प्राइम मिनिस्टर ने गल कही कि सिखां विच सब तो पहला ये काम है। ये गल अतकथनी नहीं, बिल्कुल सही है। फिर साढ़े च इन्ने गुण होंदियां होइयां असीं मार क्यों खा रहे हैं? मार खाण का कारण है असीं एक दूए दियां लत्तां खिचणियां शुरू कर दित्तियां। दसम पातशाह जी ने चौलों दियां देगां बनाईयां सी, पहलां हरन छड्डे, वो खा के कुखां भर के चले गए। दूए दिन कुत्ते छड्डते, कुत्ते का कुत्ता बैरी, खाधा किस ने वड़ वड़ के लहू लुहान हो गए। महाराज कहते खालसा जी समझे, कहते महाराज मेहर करो, समत बख्शो। कहते जे तां हरनां वाली प्यार बिरती धारोगे ना, फिर तां राज भी भोगोगे, इस लोक का प्रलोक का भी सुख लोगे। दे कूकर बिरती धार ली तो हाहा ही कुछ है। हुण अपने मन नाल झात मार लियो कि आपां किधर तुरे हुए हैं।
एक साढ़े को गुरु ग्रंथ साहब सी, असीं इहनूं भी नहीं संभाल सके कि सारा पिंड जिहड़ा वो नशियां च गरकिया आ, उन्हां नूं अपना अपने परिवार का कोई चित चेता नहीं, नशियां च गुड़ूंद होए फिरदे ते गुरु ग्रंथ साहब का किहनूं फिक्र है। जदों पहरेदार ढिले हो जाते हैं ना, फिर घर की भी इस्तरी की भी इज्जत रुलती है, धर्म निशान धाम उन्हां दी भी बेअदबी हुंदी है। ते जे बारस तगड़ा होवे, उस वेले भी ऐसे समय बने मसा रंगड़ दोए सिख सके, पर हैगे सी। गज के बोलो। इस वास्ते गुरमुख प्यारिओ, ये कथा कहानियां किनियां सुन लो, गल ते उही है मुड़ मुड़ के, कोई नवी नहीं है। पारण करो कि असीं रोमां दी बेअदबी नहीं करांगे, नशियां दा त्याग करांगे, बेशियां दा फैशनां दा त्याग करांगे। फिर गुरु की रहत मर्यादा विच आके खंडेवाड़ा अमृत छक के असूलों में चलांगे। ये धरती दे मनुष्यों की गल छड्ड दिओ, आकाश दे फरिश्ते तुहानूं नमस्कार करनगे। स्वामी विवेकानंद जी महापुरख होया सन्यासी, अमरीका विच वो गए, फारवर्ड देश है, उन्हें प्रश्न किया कि असीं ये गल पढ़ी है कि गुरु गोबिंद सिंह का जड़ा एक सिख है सिंह, वो 1.25 लाख दे नाल युद्ध कर सकता, ये अतकथनी नहीं। सन्यासी साधु उत्तर दे रहा, कहते तुहानूं अमरीकनां नूं अतकथनी दीदी होएगी, पर मेरा विश्वास ये है जे गुरु गोबिंद सिंह का जिस तरह का उन्हें खालसा बनाया होवे, तिन्ना लोकां 14 भवनां दे लोग भी उहदे विरुद्ध आ जाण, उस सिख नूं वो शिकस्त नहीं दे सकते। ये सन्यासी साधु कह रहा, अमेरिका दे विच वो सच्चा स्वामी सी। स्वामी अज भी बहुत है, पर सच बोलना बहुत औखा हुंदा। बोलीए सच, झूठ ना बोलीए, जो गुर दसै बाट मरीदा जोलीए। ते गुरु नानक साहब ने कहा ने, सच की बाणी नानक आखै, सच सुनाए सी सच की बेला। सो समा इजाजत नहीं दिंदा। अज कुछ हिंट जिहड़े मैं नोट किए है, क्योंकि अज तुसीं जाप करना, उहदे बारे इशारे देवांगे, क्योंकि फिर कई बारी भुल जाते हैं, तो वो मैं फिर थोड़ा जिहा नोट कर लिया कि सतयुग में 10 वर्ष में हरि सिमरन फल हुए, त्रेते में 1 वर्ष में सोई प्राप्त हुए। कहते सतयुग दे विच कोई 10 साल लगा रहे जिन्ना उहदा फल आ, ते योग का प्रभाव आ त्रेते विच ओह 1 वर्ष विच हो जाता, उधर 10 साल इधर 1 साल। फिर त्रेते में 1 वर्ष में जो फल हुए, तत् द्वापर में 1 मास में सोई प्राप्त सत। द्वापर विच 1 महीने विच, द्वापर में 1 मास में जो फल राम जपात, कलयुग में 1 दिवस में सोई राम फल तात। कहते कलयुग दे विच जिहड़ा द्वापर च 1 महीना करना, 1 दिन कर लो ना, वो महीने के बराबर है। पर कलयुग च बिरती नहीं टिकती, मन च काला कोई ना कोई बनी रहिंदी, कलेश बनया रहिंदा। 5 कलेश है, राग है, द्वैश है, अविद्या है, असिमता है, अभिनिवेश झूठा हठ है। हुण अज बहुत कहते असीं नाम जपते हैं, मन नहीं टिकता।
ਅੰਮ੍ਰਿਤ ਵੀ ਛਕਿਆ। ਦਵਾਈ ਕਿੰਨੀ ਕੀਮਤੀ ਹੋਵੇ, ਜਿੰਨਾ ਚਿਰ ਇਹ ਨਾ ਪਤਾ ਹੋਵੇ ਕਪੱਥ ਕਿਹੜਾ ਤੇ ਪੱਥ ਕਿਹੜਾ, ਉਹ ਦਵਾਈ ਕੰਮ ਨਹੀਂ ਕਰਦੀ ਹੁੰਦੀ। ਕਪੱਥ ਵੀ ਕਰੀ ਜਾਂਦੇ ਆ, ਬਾਣੀ ਵੀ ਪੜ੍ਹਦੇ ਆ, ਨਾਮ ਜਪਦੇ ਆ, ਉਹ ਕੀਤੇ ਕਰਾਏ ਤੇ ਪਰੋਲਾ ਫਿਰ ਜਾਂਦਾ। ਇਹ ਗੱਲਾਂ ਸਮਝਣ ਪੈਂਦੀਆਂ। ਜਪ ਕਰਨ ਜਗ ਆਦਿ ਸੇ 10 ਗੁਣ ਹੈ ਅਧਿਕਾਏ। ਯੱਗ ਕਰਨਾ, ਅਸ਼ਵਮੇਧ ਯੱਗ ਆ, ਗੈਂਡਾ ਮੇਧ ਯੱਗ ਆ, ਨਰ ਮੇਧ ਯੱਗ ਹੈ। ਇਹ ਜੁਦੇ ਜੁਦੇ ਯੱਗ ਹੈਗੇ। ਕਹਿੰਦੇ 10 ਗੁਣ ਇਹਨਾਂ ਸਾਰੇ ਜਗ੍ਹਾਂ ਤੋਂ ਜਿਹੜੇ ਜਪ ਜਾਗਿਆ, ਤਪ ਜਾਗਿਆ, ਧਿਆਨ ਜਾਗਿਆ, ਜਪ ਕਰਨਾ ਜਿਹੜਾ ਇਹਨਾਂ ਸਾਰੇ ਯੁੱਗਾਂ ਤੋਂ ਮਹਾਨ ਹੈ। ਸ਼ਬਦ ਬਿਨਾਂ ਜਪ ਕਰਨ ਜੋ ਸ੍ਰੇਸ਼ਟ ਹੈ ਸੋ ਪਾਏ। ਪਹਿਲਾਂ ਤਾਂ ਜਦੋਂ ਜਪ ਜਾਗ ਕੀਤਾ ਜਾਂਦਾ ਨਾ, ਕਿ ਸ਼ਬਦ ਦਾ ਜਪ ਕੀਤਾ ਜਾਂਦਾ, ਜਦੋਂ ਸੁਰਤੀ ਟਿਕ ਜਾਏ ਫਿਰ ਸ਼ਬਦ ਦਾ ਭਾਵ ਸਮਝ ਕੇ ਉਹਦੇ ਵਿੱਚ ਲੀਨ ਜਿਹੜਾ ਹੋਣਾ, ਇਹਦਾ ਫਲ ਹੋਰ ਬਹੁਤ ਵੱਡਾ ਹੋ ਜਾਂਦਾ। ਸਵਾਸੋਂ ਸੇ ਜੋ ਸਿਮਰਨ ਸਹਸਰ ਗੁਣਾ ਹੈ ਮੀਤ। ਜਿਹੜਾ ਫਿਰ ਸਵਾਸਾਂ ਨਾ ਕਰਨਾ, ਇਹਦਾ 1000 ਗੁਣਾ ਵੱਧ ਫਲ ਹੋ ਜਾਂਦਾ। ਔਰ ਇਸੇ ਓਂਕਾਰ ਜਾਪ ਕਰੋ ਸ਼ਰਧਾ ਕਰਨ ਬਨੀਤ। ਕਹਿੰਦੇ ਇਸ ਵਾਸਤੇ ਜਿਹੜਾ ਇੱਕ ਓਂਕਾਰ, ਇਹਦਾ ਜਾਪ ਪਿਆ ਹਮੇਸ਼ਾ ਸ਼ਰਧਾ ਦੇ ਸਹਿਤ ਕਰੋ। ਕਿਵੇਂ ਕਰਨਾ? ਸ਼ੁੱਧ ਪਵਿੱਤਰ ਸਥਾਨ ਮੈਂ ਬੈਠੇ ਜਾਏ ਇਕਾਂਤ। ਸ਼ੁਭ ਸਥਾਨ ਹੋਵੇ, ਪਵਿੱਤਰ ਹੋਵੇ, ਉੱਥੇ ਜਾ ਕੇ ਇਕਾਂਤ ਬਹਿ ਜਾਓ। ਸੋ ਇਕਾਂਤੀ 'ਚ ਹਿਰਦਾ ਠਾਏ। ਜਿਹਦਾ ਮਨ ਇਕਾਗਰ ਹੈ ਉਹ ਇਕਾਂਤੀ ਹੈ। ਤੇ ਜੇ ਪਵਿੱਤਰ ਜਗ੍ਹਾ ਜਾ ਕੇ ਵੀ ਮਨ ਭਟਕਦਾ ਹੀ ਰਿਹਾ, ਫਿਰ ਤਾਂ ਗੱਲ ਬਣਨੀ ਨਹੀਂ। ਕਾਮ ਕ੍ਰੋਧ ਬਸ ਇੰਦਰੈ ਮਨ ਕੀ ਲਹੇ ਭਰਾਂਤ। ਉਸ ਵੇਲੇ ਫਿਰ ਇਉਂ ਇਕਾਗਰ ਹੋ ਕੇ ਬੈਠਣਾ, ਚੌਂਕੜਾ ਲਾ ਕੇ, ਰੀੜ੍ਹ ਦੀ ਹੱਡੀ ਜਿਹੜੀ ਸਿੱਧੀ ਰਹੇ, ਟੁੱਲਦਾ ਹੀ ਨਾ ਰਹੇ। ਇਹ ਜਿਹੜੇ ਪੰਜੇ ਇੰਦਰੀਏ ਆ, ਵਕਾਰ, ਕਾਮ ਕ੍ਰੋਧ ਮੋਹਕਾਰ, 10 ਇੰਦਰੀਏ ਮਾਨਿਆ, ਇਹਨਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਵਿਸ਼ੇ ਵਿਕਾਰ ਦੀ ਭ੍ਰਾਂਤੀ ਭਰਮ ਬਿਰਤੀ ਹੈ, ਉਹ ਦੂਰ ਕਰਕੇ ਫੇਰ ਬੈਠੇ। ਤੇ ਜੋ ਪੁਰਨੇ ਪੂਰੀ ਜਾਂਦੇ ਆ, ਜਾਂ ਇੱਕ ਦੂਏ ਵੱਲ ਰੂਪ ਰੰਗ ਦੇਖ ਕੇ ਮਨ ਉੱਧਰ ਨੂੰ ਭਟਕਦਾ ਆ, ਫਿਰ ਤਾਂ ਗੱਲ ਬਣਨੀ ਨਹੀਂ। ਇਹ ਚੀਜ਼ਾਂ ਜਿਹੜੀਆਂ ਨਾਲ ਕਰਨੀਆਂ ਪੈਣੀਆਂ। ਕੋਟ ਜਗ ਬ੍ਰਤ ਪੂਜਾ ਧਿਆਨਾ, ਵੇਦ ਪਾਠ ਤਪਦਾਨ ਇਸ਼ਨਾਨਾ, ਕੋਟ ਜਾਪ ਧਰਮ ਬਹੁ ਨਾਨਾ, ਸਫਲ ਨਹੀਂ ਤੁਲ ਹਰ ਨਾਮਾ। ਇਹ ਜਿੰਨੇ ਮਰਜੀ ਵਰਤ ਪੂਜਾ ਔਰ ਮੂਰਤੀਆਂ ਦੇ ਧਿਆਨ ਔਰ ਵੇਦ ਮੰਤਰਾਂ ਦੇ ਪਾਠ ਔਰ ਧੂਣੀਆਂ ਤਪਾਉਣੀਆਂ, ਜਲ ਧਾਰਾ, ਤਪੱਸਿਆ, ਕਈ ਤਰ੍ਹਾਂ ਦੇ ਦਾਨ, ਕਈ ਤਰ੍ਹਾਂ ਦੇ ਇਸ਼ਨਾਨ, ਕਈ ਤਰ੍ਹਾਂ ਦੇ ਜਾਪ, ਬਹੁਤ ਤਰ੍ਹਾਂ ਦੇ ਨਾਨਾ ਪ੍ਰਕਾਰ ਦੇ ਧਰਮ ਧਾਰ ਲੈ ਜਾਣ। ਪਰ ਕਹਿੰਦੇ ਜਿੰਨੇ ਸਾਰੇ ਫਲ ਆ ਨਾ, ਨਾਮ ਦੇ ਬਰਾਬਰ ਨਹੀਂ। ਨਾਮ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੇ, ਹਾਂਕ ਬਲ ਵੱਲ ਸਾਧੂ ਬਲਿਹਾਰ। ਭੱਟਾਂ ਨੇ ਕਿਹਾ ਨਾ, ਜਾਪ ਕਰੋ ਓਂਕਾਰ ਕਾ ਦਵਾਦਸ ਸਹਸਰ ਬਾਰ। ਫਿਰ ਕਹਿੰਦੇ ਓਂਕਾਰ ਸ਼ਬਦ ਦਾ ਜਾਪ 12,000 ਵਾਰੀ ਕਰੋ ਰੋਜ਼। ਏਕ ਵਰਸ ਕਰਤਾ ਰਹੇ ਬਿਨਾ ਬਿਘਨ ਇੱਕ ਸਾਰ। ਕਹਿੰਦੇ 1 ਸਾਲ ਕੋਈ ਬਿਘਨ ਨਾ ਪਵੇ, 1 ਸਾਲ ਕਰਦਾ ਰਹੇ। ਪਾਪ ਔਰ ਮਹਾਪਾਪ ਵੀ ਨਾਸ ਹੋਏ ਤਤਕਾਲ। ਪਾਪ ਤੇ ਜਿਹੜੇ ਬੱਜਰ ਪਾਪ ਆ, ਤਤਕਾਲ ਨਾਸ ਹੋ ਜਾਣਗੇ। ਔਰ ਫਿਰ ਕਹਿੰਦੇ ਸਦਾ ਸ਼ਾਂਤ ਹਰ ਉਰ ਵਸੇ, ਤੇ ਫਿਰ ਪੂਰਨ ਪੁਰਖ ਕਮਾਲ।
ਉਹਦਾ ਮਨ ਸ਼ਾਂਤ ਹੋ ਜਾਏਗਾ। ਐਸੀ ਕਮਾਲ ਦੀ ਗੱਲ ਹੋਏਗੀ, ਤੁਹਾਡੀ ਪਰਮਾਤਮਾ ਨਾਲ ਗਲਵਕੜੀ ਪੈ ਜਾਏਗੀ, ਅਭੇਦ ਅਵਸਥਾ ਪ੍ਰਾਪਤ ਹੋ ਜਾਏਗੀ। ਇਹਦੇ ਵਿੱਚ ਜਿਹੜੇ 10 ਦੋਸ਼ ਵਿਘਨ ਆ ਉਹ ਤਿਆਗਣੇ ਪੈਂਦੇ ਆ। ਉਹ ਕਿਹੜੇ ਕਿਹੜੇ? ਸ਼ਿਕਾਰ, ਜੂਆ, ਦਿਨਾਂ ਨੂੰ ਬੇਮਤਲਬ ਸੁੱਤੇ ਰਹਿਣਾ, ਸੰਤ ਮਹਾਂਪੁਰਖਾਂ ਦੀ ਨਿੰਦਿਆ, ਪਰਾਏ ਸਰੀਰਾਂ ਦਾ ਬੇਵਿਚਾਰ, ਸ਼ਰਾਬਖੋਰੀ ਦਾ ਮਤਲਬ ਸਾਰੇ ਨਸ਼ਿਆਂ ਦਾ ਤਿਆਗ, ਨਾਚ, ਗਾਉਣਾ ਵਜਾਉਣਾ, ਅਵਾਰਾਗਰਦੀ ਵਿੱਚ ਘੁੰਮਣਾ। ਇਹ 10 ਦੋਸ਼ ਹੈ ਜਿਹੜੇ ਭਜਨ ਦੇ ਵਿੱਚ ਵਿਘਨ ਪਾਉਂਦੇ ਆ। ਜੇ ਤਾਂ ਤੁਹਾਨੂੰ ਸ਼ੌਕ ਹੈਗਾ ਨਾ, ਇਹ ਗੱਲਾਂ ਨੋਟ ਕਰ ਲਿਓ। ਜਿੰਨਾ ਚਿਰ ਇਹਨਾਂ ਦਾ ਤਿਆਗ ਨਹੀਂ ਕਰਦੇ, ਫਿਰ ਜਿਹੜਾ ਖਾਣਾ ਪੀਣਾ ਇਹ ਵੀ ਸ਼ੁੱਧ ਕਰਨਾ ਪੈਣਾ। ਆਹਾਰ ਸ਼ੁੱਧੋ ਸਤਿ ਸ਼ੁੱਧਾ, ਸਤਿ ਸ਼ੁੱਧੋ ਤੁਰਬਾ ਸਿਮਰਤਾ। ਜੇ ਤੁਹਾਡਾ ਭੋਜਨ ਸ਼ੁੱਧ ਆ, ਤੁਹਾਡਾ ਅੰਤਿਸ਼ਕਰਨ ਸ਼ੁੱਧ ਆ, ਅੰਤਿਸ਼ਕਰਨ ਸ਼ੁੱਧ ਆ, ਮਨ ਸ਼ੁੱਧ ਆ, ਮਨ ਸ਼ੁੱਧ, ਬੁੱਧੀ ਸ਼ੁੱਧ ਆ। ਜਿਹੜੀ ਪਵਿੱਤਰ ਬੁੱਧੀ ਆ ਉਹਦੇ 'ਤੇ ਆਤਮਾ ਦਾ ਆਭਾਸ ਤੁਹਾਨੂੰ ਨਜ਼ਰ ਪਏਗਾ। ਅਤੇ ਜਿਹਦੀ ਬੁੱਧੀ ਮਲੀਨ ਹੋ ਚੁੱਕੀ ਆ, ਉਹ ਆਤਮਾ ਨੂੰ ਕੀ ਦੇਖੇਗਾ? ਸ਼ੀਸ਼ਾ ਸਾਫ਼ ਹੋਏਗਾ ਅਤੇ ਚਿਹਰਾ ਦਿਸੇਗਾ। ਬੁੱਧੀ ਪਵਿੱਤਰ ਹੋਏਗੀ ਅਤੇ ਆਤਮਾ ਦਾ ਜਿਹੜਾ ਪ੍ਰਤੀਬਿੰਬ ਹੈ ਉਹ ਤੁਹਾਨੂੰ ਨਜ਼ਰ ਆਵੇਗਾ। ਇਸ ਵਾਸਤੇ ਜਿਹੜੀਆਂ ਚੀਜ਼ਾਂ ਹੈਗੀਆਂ, ਇਹਨਾਂ ਦੀ ਲੋੜ ਆ। ਜਾਪ ਤਾਂ ਅਸੀਂ ਕਰਦੇ ਹਾਂ, ਪਰ ਇਹਨਾਂ ਗੱਲਾਂ ਨੂੰ ਸਮਝਦੇ ਨਹੀਂ। ਸਾਨੂੰ ਪਹਿਲਾਂ ਇਹ ਨਹੀਂ ਪਤਾ ਵੀ ਸਿਮਰਨ ਕੀ ਹੈ। ਇੱਕ ਹੁੰਦਾ ਆ ਜਾਪ, ਜਿਹੜਾ ਬੋਲ ਕੇ ਕਰਨਾ, ਵਰਨਾਤਮਕ। ਦੂਸਰਾ ਹੈ ਧੁਨਾਤਮਕ। ਜਾਪ ਹੁੰਦਾ ਉਚਾਰਨ ਕਰਕੇ ਕਰਨਾ, ਜਾਪ ਹੁੰਦਾ ਮੂੰਹ 'ਚ ਹੌਲੀ ਹੌਲੀ। ਔਰ ਇਸੇ ਤਰ੍ਹਾਂ ਫਿਰ ਭਜਨ ਹੁੰਦਾ ਬਾਰ-ਬਾਰ ਅਭਿਆਸ ਕਰਨਾ, ਸਿਮਰਨ ਹੁੰਦਾ ਉਹਦੀ ਯਾਦ ਵਿੱਚ ਬੈਠਣਾ। ਉਹ ਜਪਾ ਜਾਪ ਹੈ ਜਿਹੜਾ ਸੁਤੇ ਸਿੱਧ ਆਪਣੇ ਆਪ ਹੁੰਦਾ। ਇਹ ਇਹਨਾਂ ਦੇ ਭੇਦ ਹੈਗੇ ਆ। ਇਸ ਕਰਕੇ ਫਿਰ ਇਹਦਾ ਨਾਮ ਦਾ ਸਰੂਪ ਕੀ ਹੈ? ਇੱਕ ਤਾਂ ਵਰਨਾਤਮਕ ਦੱਸਿਆ ਨਾ, ਜਿਹੜਾ ਵਰਨ ਮੈਨੇ ਅੱਖਰਾਂ ਦਾ ਉਚਾਰਨ ਕਰਨਾ। ਧੁਨਾਤਮਕ ਜਦੋਂ ਬਾਰ-ਬਾਰ ਉਚਾਰਨ ਕਰਦੇ, ਜਿਵੇਂ ਘੜਿਆਲ ਦੇ ਉੱਤੇ ਥੋੜ੍ਹੀ ਮਾਰਦੇ ਆ, ਇੱਕ ਧੁਨ ਪੈਦਾ ਹੁੰਦੀ ਨਾ, ਉਸ ਧੁਨ ਦਾ ਨਾਮ ਹੈ ਅਨਹਦ ਨਾਥ, ਜਿਹਦੀ ਹੱਦ ਸੀਮਾ ਨਹੀਂ। ਇੱਕ ਰਸ ਅਨਹਤ ਵੀ ਕਹਿੰਦੇ ਆ, ਜਿਹਦਾ ਨਾਸ ਨਹੀਂ ਹੁੰਦਾ। ਇੱਕ ਆਹਤ ਸ਼ਬਦ ਹੈ, ਇੱਕ ਅਨਾਹਤ। ਆਹਤ ਜਿਹੜਾ ਚੋਟ ਤੋਂ ਪੈਦਾ ਹੁੰਦਾ, ਅਨਾਹਤ ਜਿਹੜਾ ਸੁਤੇ ਸਿੱਧ। ਪੰਚੇ ਸ਼ਬਦ ਅਨਾਹਤ ਵਾਜੇ ਸੰਗੇ ਸਾਰੰਗ ਪਾਣੀ। ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ। ਦੂਜਾ ਨਾਮ ਦਾ ਕਾਰਨ। ਨਾਮ ਜਪਣ ਦਾ ਕਾਰਨ ਕਿ ਕਿਉਂ ਜਪਣਾ? ਇਹ 7 ਪ੍ਰਕਾਰ ਦਾ ਭੈ ਦੂਰ ਹੋ ਜਾਂਦਾ। ਜਮਾਂ ਦਾ ਭੈ, ਨਰਕਾਂ ਦਾ ਭੈ ਆ, 84 ਲੱਖ ਜੂਨਾਂ ਵਿੱਚ ਭਟਕਣ ਦਾ ਭੈ, ਮਾਤਾ ਦੇ ਗਰਭ ਦਾ ਦੁੱਖ ਭੈ ਆ, ਸੱਪ ਸ਼ੇਰ ਦਾ ਭੈ ਆ, ਦੁਸ਼ਮਣ ਦਾ, ਬਿਮਾਰੀ ਦਾ, ਚੋਟ ਲੱਗਣ ਦਾ, ਮੌਤ ਦਾ, ਬਦ ਰੂਹਾਂ, ਭੂਤਾਂ ਪ੍ਰੇਤਾਂ ਦਾ ਭੈ ਆ। ਅੱਜ ਕੱਲ੍ਹ ਹੁਣ ਕਈਆਂ ਨੇ ਅੰਮ੍ਰਿਤ ਛਕਿਆ ਆ, ਉਹ ਵੀ ਕਹੀ ਜਾਂਦੇ ਜੀ ਮੈਨੂੰ ਦੱਬਾ ਪੈਂਦਾ, ਭੈੜੇ ਸੁਪਨੇ ਆਉਂਦੇ ਆ, ਫਲਾਨੀ ਚੀਜ਼ ਸਾਡੇ ਘਰ 'ਚ ਘੁੰਮਦੀ ਹੈ। ਉਹ ਫਿਰ ਭਟਕਦੇ ਫਿਰਦੇ ਮੰਤਰੀਆਂ ਜੰਤਰੀਆਂ ਤੰਤਰੀਆਂ ਕੋ। ਪਰ ਜਪਜੀ ਸਾਹਿਬ ਨੂੰ ਵੱਡਾ ਦੁਨੀਆ 'ਤੇ ਕੋਈ ਵੀ ਮੰਤਰ ਨਹੀਂ। ਮੂਲ ਮੰਤਰ ਦਾ ਅਨੁਵਾਦ ਸ੍ਰੀ ਜਪਜੀ ਸਾਹਿਬ, ਜਪਜੀ ਸਾਹਿਬ ਦਾ ਅਨੁਵਾਦ ਸਾਰਾ ਗੁਰੂ ਗ੍ਰੰਥ ਸਾਹਿਬ ਹੈ। ਜਿੱਥੇ ਜਪਜੀ ਸਾਹਿਬ ਦਾ ਪਾਠ ਆ, ਉੱਥੇ ਕੋਈ ਬਾਦਰੂ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਪਰ ਸਾਡੇ ਘਰਾਂ 'ਚੋਂ ਜਪਜੀ ਸਾਹਿਬ ਚਲੇ ਗਿਆ, ਮਾਫ਼ ਕਰਿਓ, ਵਿਰਲੇ ਵਿਰਲੇ। ਜੇ ਕਹੀਏ ਉਹ ਸਿੰਘ ਕਹੂਗਾ ਮੇਰੇ ਘਰ ਵਾਲੀ ਜੀ ਪਾਠ ਬਹੁਤ ਕਰਦੀ, ਉਹਦੀ ਖਾਧੀ ਰੋਟੀ ਤੈਨੂੰ ਮਿਲ ਜਾਏਗੀ। ਨਿਆਣੇ ਨੂੰ ਮੇਰੀ ਮੰਮੀ ਕਰਦੀ ਹੈ।
ਇਹ ਤਾਂ ਹਰੇਕ ਨੂੰ ਆਪਣੇ ਕਰਨਾ ਪੈਣਾ। ਫਿਰ ਸਾਧ ਸੰਗਤ ਜੀ ਅੱਗੇ ਹੈ ਨਾਮ ਦਾ ਅਭਿਆਸ। ਪਹਿਲਾਂ ਬੈਖਰੀ ਬਾਣੀ ਹੈ ਰਸਨਾ ਦੁਆਰਾ, ਫਿਰ ਮਧਮਾ ਬਾਣੀ ਕੰਠ, ਫਿਰ ਪਛਯੰਤੀ ਸਿਰ ਦੇ ਵਿੱਚ, ਫਿਰ ਪਰਾ ਨਾਭੀ ਵਿੱਚ। ਸਾਡੇ ਜਿੰਨੇ ਸਰੀਰ ਦੇ ਰੋਮ ਆ ਇਹਨਾਂ ਦੀ ਜੜ ਨਾਭੀ ਹੈ। ਆ ਜਿੰਨਾ ਮਰਜੀ ਮੂੰਹ ਸਿਰ ਰਗੜੀ ਚਲੋ ਫੇਰ ਆਈ ਜਾਂਦੇ ਆ, ਜੜ ਨਹੀਂ ਨਾ ਖਤਮ ਹੁੰਦੀ। ਔਰ ਜਦੋਂ ਪਰਾ ਬਾਣੀ ਨਾਭੀ ਵਿੱਚ ਜਾਪ ਚਲੇ ਜਾਂਦਾ ਉਸ ਵੇਲੇ ਗੁਰਮੁਖ ਰੂਮ ਰੂਮ ਹਰ ਧਿਆਵੇ ਦੀ ਅਵਸਥਾ ਬਣਦੀ ਹੈ। ਇਹਦੇ ਲਈ ਕਮਾਈ ਕਰਨੀ ਪੈਂਦੀ ਹੈ। ਫਿਰ ਨਾਮ ਦੀ ਅਹੁਦੀ, ਔਰ ਕਹਿੰਦੇ ਜਿੰਨੇ ਵੀ ਜੀਵ ਆ ਸਾਰੇ ਉਹਦਾ ਨਾਮ ਧਿਆਉਂਦੇ ਆ, ਕਿਉਂਕਿ ਜਿਹੜਾ ਨਾਮ ਜਪਦਾ ਨਾ ਉਹਦਾ ਫਲ ਕੀ ਹੈ, ਉਹ ਨਾਮੀ ਦਾ ਸਰੂਪ ਹੋ ਜਾਂਦਾ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਉਹਨਾਂ ਦੇ ਚਰਨਾਂ 'ਚ ਇੱਕ ਮਹਾਂਪੁਰਖ ਗਏ ਬਾਬਾ ਹਰਨਾਮ ਸਿੰਘ ਕਿੰਗ ਵਾਲੇ, ਉਹਨੀ ਬਚਨ ਆਪ ਸੁਣਾਇਆ। ਕਹਿੰਦੇ ਮਹਾਂਪੁਰਖਾਂ ਨੇ ਕਿਰਪਾ ਕੀਤੀ, ਜਦੋਂ ਮੈਂ ਅਭਿਆਸ 'ਚ ਬਹਿਣਾ ਤੇ ਮੇਰੇ ਸਰੀਰ ਵਿੱਚੋਂ ਆਵਾਜ਼ਾਂ ਆਉਣੀਆਂ, ਜਿਲੇ ਮੈਂ ਅੱਖਾਂ ਖੋਲ੍ਹ ਕੇ ਦੇਖਣਾ ਕੋਈ ਵੀ ਨਾ, ਤੇ ਮੈਂ ਬੜਾ ਹੈਰਾਨ ਪਿਆ ਆਵਾਜ਼ ਕਿੱਥੋਂ ਆਉਂਦੀ ਹੈ। ਕਹਿੰਦੇ ਮੈਂ ਸੰਤ ਮਹਾਂਪੁਰਸ਼ਾਂ ਹੋ ਗਿਆ, ਉਹ ਹੱਸ ਪਏ। ਕਹਿੰਦੇ ਮਹਾਰਾਜ ਆਪ ਜੀ, ਕਹਿੰਦੇ ਤੂੰ ਆਪਣੇ ਰੋਮਾਂ ਨਾਲ ਕੰਨ ਲਾ ਕੇ ਸੁਣ ਲਈ। ਜਿਲੇ ਉਹ ਕੰਨ ਲਾਏ, ਕਹਿੰਦੇ ਉਹ ਆਵਾਜ਼ ਮੇਰੇ ਅੰਦਰੋਂ ਹੀ ਆ ਰਹੀ ਸੀ, ਕਿਉਂ ਅਵਸਥਾ ਪ੍ਰਾਪਤ ਹੋ ਗਈ ਸੀ। ਇਹ ਗੱਲਾਂ ਕਰਨ ਸੁਣਨ ਵਾਲੀਆਂ ਨਹੀਂ, ਇਹ ਕਮਾਈ ਕਰਨ ਪ੍ਰਾਪਤ ਹੋਣ ਵਾਲੀਆਂ ਗੱਲਾਂ। ਮਿਹਨਤ ਕਰਨੀ ਪੈਂਦੀ ਹੈ, ਬਿਨਾਂ ਮਿਹਨਤ ਤੋਂ ਕਦੇ ਵੀ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ। ਕ੍ਰਿਸ਼ਨ ਮਹਾਰਾਜ ਗੀਤਾ ਜੀ ਵੀ ਕਿਹਾ ਅਭਿਆਸ ਸੈਨ ਤੂੰ ਕੁੰਤੇ 'ਚ, ਇਹ ਕੁੰਤੀ ਪੁੱਤਰ ਅਰਜਨ ਸ਼ਬਦ ਦਾ ਅਭਿਆਸ ਕਰ। ਜਦੋਂ ਕਰਨਾ ਧਰਤੀ ਬਰਾਬਰ ਹੋਵੇ, ਸਿੱਧੇ ਹੋ ਕੇ ਇਕਾਗਰ ਹੋ ਕੇ ਬੈਠਣਾ, ਔਰ ਜਿੱਥੇ ਕੋਈ ਭੈ ਕੋਈ ਰੌਲਾ ਰੱਪਾ ਨਾ ਹੋਏ। ਫਿਰ ਪਹਿਲਾਂ ਇੱਕ ਅੱਖ ਮੀਟ ਕੇ ਨੱਕ ਦੀ ਕੁੰਬਲੀ ਦਾ ਧਿਆਨ ਕਰਨਾ। ਜਦੋਂ ਥੋੜ੍ਹੀ ਇਕਾਗਰਤਾ ਹੋ ਜਾਏ ਫਿਰ ਦੋਹਾਂ ਭਰਵੱਟਿਆਂ ਵਿੱਚ ਸੁਰਤ ਲੈ ਜਾਣੀ। ਫਿਰ ਸ਼ਬਦ ਦਾ ਅਭਿਆਸ ਕਰਨਾ, ਅਤੇ ਜਦੋਂ ਤੂੰ ਕਰੇਗਾ ਇਹਦੇ ਨਾਲ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਏਗੀ। ਕਹਿਣ ਲੱਗੇ ਮਹਾਰਾਜ ਤਾਂ ਬੜਾ ਔਖਾ ਕੰਮ ਆ, ਕੋਈ ਸੌਖਾ? ਕਹਿੰਦੇ ਫਿਰ ਮੇਰੀ ਸੇਵਾ ਕਰਿਆ ਕਰ ਜਾਂ ਸੰਤਾਂ ਦੀ ਸੇਵਾ ਕਰਿਆ ਕਰ। ਮੇਰਾ ਬਿਸਤਰਾ ਵਿਛਾਉਣਾ, ਮੇਰੇ ਦਾਤਣ ਕੱਟ ਕੇ ਲਿਆਉਣੀ, ਮੁੱਖ ਮੰਜਣਾ, ਮੇਰੇ ਲਈ ਜਲ ਪਾਣੀ ਲੰਗਰ ਪਾਣੀ, ਮੇਰੇ ਬਸਤਰ ਸਾਫ਼ ਕਰਨੇ, ਜਿੰਨੀਆਂ ਹੋਰ ਸੇਵਾਵਾਂ ਕਰਨੀਆਂ। ਕਹਿੰਦੇ ਮਹਾਰਾਜ ਇਹ ਤਾਂ ਫਿਰ ਨਾਮ ਜਪਣਾ ਵੀ ਔਖਾ ਹੀ ਕੰਮ ਆ, ਫਿਰ ਤਾਂ ਮੈਂ ਸਾਰਾ ਦਿਨ ਤੁਹਾਡੇ ਕੋਲ ਹੀ ਰਹੂੰਗਾ, ਰਾਜ ਦਾ ਕੋਈ ਕੰਮ ਹੀ ਨਹੀਂ ਕਰ ਸਕਦਾ, ਕੋਈ ਸੌਖਾ ਦੱਸ ਦਿਓ। ਕਹਿੰਦੇ ਫਿਰ ਜਿਹੜੇ ਲੰਗੜੇ ਲੂਲੇ ਪਿੰਗਲੇ ਅਪਾਹਜ ਬਜ਼ੁਰਗ ਯਤੀਮ ਲੋਕ, ਤੂੰ ਰਾਜਾ ਹੈ, ਉਹਨਾਂ ਨੂੰ ਦਾਨ ਦਿਆ ਕਰ, ਉਹਨਾਂ ਦੀ ਸੇਵਾ ਕਰਿਆ ਕਰ। ਕਹਿੰਦੇ ਮਾਰਾ ਮਨ ਦਾ ਸੁਭਾਅ ਹੈ ਪੇ ਲੈ ਤੋ ਰਾਮ ਆ ਦੇ ਤੋ ਰਾਮ ਨਹੀਂ, ਆ ਜਿੰਨਾ ਮਰਜ਼ੀ ਹੈ ਦੇਣ ਨੂੰ ਚਿੱਤ ਨਹੀਂ ਕਰਦਾ, ਕੋਈ ਸੌਖਾ ਜਿਹਾ ਕਿਰਪਾ ਕਰ ਦਿਓ। ਕਹਿੰਦੇ ਚੰਗਾ, ਫਿਰ ਜਦੋਂ ਸੌਣ ਲੱਗੇ ਨਾ ਇੰਨਾ ਕਹਿ ਦਿਆ ਕਰ ਮੈਂ ਬੜਾ ਪਾਪੀ ਹਾਂ, ਮੈਨੂੰ ਬਖਸ਼ ਦਿਓ। ਪਰ ਬੰਦਾ ਪਾਪ ਕਰਕੇ ਵੀ ਪਾਪੀ ਮੰਨਦਾ ਨਹੀਂ ਨਾ, ਇਹ ਤਾਂ ਕਹਿੰਦਾ ਮੈਂ ਯੁਧਿਸ਼ਠਿਰ ਪੁੱਤ ਹਾਂ, ਮੇਰਾ ਪਵਿੱਤਰ ਹੈ ਕੋਈ ਨਹੀਂ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਆਪ ਜੀ ਰੋਜ਼ਾਨਾ ਸਵੇਰੇ ਵੀ ਉਦਮ ਕਰਦੇ ਆ। ਇਹ ਤਾਂ ਚਲੋ ਗੁਰੂ ਘਰ 'ਚ ਹੁੰਦਾ, ਇੱਕ ਚੇਟਕ ਲਾਉਣ ਲਈ ਅੱਗੇ ਸੰਤ ਲੋਕ ਜਿਹੜੇ ਹੁੰਦੇ ਸੀ ਉਹ ਚੇਲੇ ਨੂੰ ਚਾਟੜਾ ਕਹਿੰਦੇ ਸੀ। ਚਾਟੜੇ ਦਾ ਮਤਲਬ ਹੁੰਦਾ ਚਾਟ 'ਤੇ ਗਜਾ ਦੇਣਾ, ਚਾਟ ਲਾ ਦੇਣੀ।
कभी फुलियां दे दिते, पतासे दे दिते, होर प्रशाद दे दिता, उन्हें फिर गुरु घर आना गिझ जाना। हौली हौली फिर उन्होंने सुभाव बन जाता सी। रोज़ाना करते हैं जां हफ्ते वारी, ये हुंदा सानू एक आदत बन जाए। पर ये जिहड़ियां गल्लां ये तां रोज़ाना तुहानू आपो अपने घरां च करना ही पैना। हर रोज़ बारंबार बार प्रभ जपीए, पी अमृत मन तन तरपीए। सो इस करके गुरमुख प्यारिओ, ये चंगा उद्यम आप जी करते हैं कि सवेरे रोज़ाना जां हफ्तावारी करते हैं, ये ना है। बाकी गल ये है कि हुण अमृत छक के पंजां प्यारिਆਂ तो जदों नाम लैके अभ्यास करांगे बरकत पऊगी। तो जे हुण तुसीं नशे भी वरती जाने हैं, होर भी माड़े काम करते हैं, भी चलो आके बिच बह गए, पर महाराज कहते हैं वो नुगरे का नां जपया सफल नहीं हुंदा, काम तो चंगा ही है। सफल तां होना जदों गुरु वाले बन के जपोगे। गज के बोलो वाहिगुरू। तो जे फिर आपां इवें किवें करी जाने हैं, फिर तो अमृत छकण की लोड़ नहीं, फिर सारे वाहिगुरू वाहिगुरू करी चलो। अधिकार तां ही बनूगा जदों गुरु नूं अपना आप समर्पित करके पंजां प्यारिਆਂ तो नाम लैके फिर उहदा अभ्यास करोगे। चंगा काम हुंदा चंगा ही है, पर उहदा फल तां मिलूगा। कोई भी दुनिया का काम आ बिना उस्ताद बिना मुर्शदा राह ना हाथ आवे, बिना दुध ना रिझदी खीर में आ। उमें भावें कच्छा मारी चलियो, असीं अज नाम जपिया आ, जे मूँह नूं बसमे लाउणे, मेहंदियां लाउणियां नहीं छड्डियां, नशे पत्ते नहीं छड्डे, और गुरु का जो सिद्धांत उहदे अनुकूल नहीं चले, आके संगत च बैठे उन्ना समा जरूर सफल आ, चंगा काम आ, पर गुरु की बख्शिश उदों मिलनी आ जदों तुसीं गुरु वाले बन के नाम जपोगे। ये बहुत जरूरी है। अज साडे डेरे की माता से बड़े बजुर्ग, समझो हर खुले संत उन्होंने दे ताए चाचियां दे थां लगते सी। वो माता कहती भी मैं सेवा बहुत करती रही हाँ, तो इस तरह भी मेरे घर का वातावरण इस तरह का सी कि मैं अमृत नहीं छक सकी। मैनू की हुक्म है, मैं कहा तुसीं शरीर त्यागण तो पहला अमृत छक के गुरु वाले जरूर बनो, फिर तुहाडे को ये महाराज का बाणा होएगा, बाणी होएगी, परवाना होएगा, तो सचखंड तुहानूं वड़न देणगे, नहीं तो मुश्किल ही है। इस करके जिन्ने तुसीं नाम जपणाउने आ बड़ी चंगी गल आ, पर गुरु वाले बन के जपोगे तो महाराज की प्रसन्नता मिलेगी। आउंदे आ बहुत चंगी गल आ, तुहानूं चेटक लगेगी, तुहाडे अंदर शौक जागेगा, प्यार पैदा होएगा, कुछ समय लिए एकाग्रता आएगी। पूरा फल उदों होएगा जदों, हुण देखो उमें कोई हथियार फड़ लो, अपने आप वर्दी पा लो, बार्डर ते खड़ जाओ, उन्हें कहना है साडा नहीं, उन्हें कहना साडा नहीं, दोहां पासों कुट पऊगी। पर जे किसी दे सरकार दे बन के रैंक भी मिलते हैं, खर्चा पानी भी मिलता है। इस करके गुरु वाले बनना जड़ा वो बहुत जरूरी है। प्रथम रहत जे जान, खंडे की पहल ले, सोई सिंह सजान, अवर न पहल जोले। पहली रहत यह है खंडे का अमृत छकना। अमृत छक के गुरु वाले, हुण डल्ले ने कहा सी मैनू सचखंड जगह, सेवा भी बहुत की संकट समय, महाराज कहते भी अमृत छकना पेगा। कहते महाराज इवें, कहते नहीं, ये इस तरह विधान है। दयालदास कहते महाराज ही तो 7वें पातशाह तुरे होने हैं, कहते तो मौजूदा जड़ा टीचर है उन जो कहना वो मनना पैना। हुण हुक्म इवें ही है। इस करके अमृत छकने पे सी, अमृत छक के गुरु वाले बने, बरकतां लईआं। ते वध तो वध अमृत छक के गुरु वाले बनो। तुहाडा धन्नवाद है कि तुसीं आउणे आ इस दिन ते,
पर जे ਅੰਮ੍ਰਿਤਧਾਰੀ ਹੋ ਕੇ ਕਰੋਗੇ ਉਸ ਹੋਣ ਵਾਲੇ ਅਭਿਆਸ ਦਾ ਜੋ ਅਨੁਭਵ ਹੈ ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ। ਬਾਬਾ ਜਵਾਲਾ ਸਿੰਘ ਮਹਾਰਾਜ ਨੂੰ ਸੰਧੂ ਬੱਸਾਂ ਵਾਲੇ ਹਜ਼ਾਰਾ ਸਿੰਘ ਦੇ ਬਸੰਤ ਸਿੰਘ ਉਸ ਇਲਾਕੇ ਦੇ ਪਤਾ ਹੀ ਹੋਣਾ, ਕਹਿਣ ਲੱਗੇ ਮਹਾਰਾਜ ਰੋਜ਼ ਗੁਰੂ ਰਾਮਦਾਸ ਸਾਹਿਬ ਦੇ ਜਾਂਦੇ ਹਾਂ, ਇਸ਼ਨਾਨ ਵੀ ਕਰਦੇ ਹਾਂ, ਸਿਹਰੇ ਚੜ੍ਹਾਉਂਦੇ ਹਾਂ, ਪ੍ਰਸ਼ਾਦ ਕਰਾਉਂਦੇ ਹਾਂ, ਹੋਰ ਵੀ ਬਹੁਤ ਕੁਝ ਕਰਦੇ ਹਾਂ, ਮਹਾਰਾਜ ਦਰਸ਼ਨ ਨਹੀਂ ਹੁੰਦੇ। ਕਹਿੰਦੇ ਪਹਿਲਾਂ ਅੰਮ੍ਰਿਤ ਛਕੋ, ਆ ਜਿੰਨੀਆਂ ਮਾਦਕ ਚੀਜ਼ਾਂ ਤਿਆਗੋ, ਰਹਿਤ ਮਰਜ਼ਾਦਾ ਪਰਪੱਕ ਹੋ, ਕਰੈਤਾਂ ਛੱਡੋ। ਫਿਰ ਉਹਨਾਂ ਨੇ ਇਸ ਪਾਸੇ ਲਿਆਂਦਾ। ਫਿਰ ਕਿਹਾ ਵੀ 1 ਵਜੇ ਜਾਇਓ, ਪਹਿਲਾਂ ਬਾਹਰ ਇਸ਼ਨਾਨ ਕਰਨਾ, ਫਿਰ ਦੁੱਖ ਭੰਜਨੀ ਬੇਰੀ, ਗੱਲਾਂ ਨਹੀਂ ਕਰਨੀਆਂ। ਸ੍ਰੀ ਜਪਜੀ ਸਾਹਿਬ ਪੂਰਾ ਪੜ੍ਹਦਿਆਂ ਦਰਬਾਰ ਸਾਹਿਬ ਪਹੁੰਚਣਾ ਭੇਟਾ ਲੈ ਕੇ। ਫਿਰ ਹੁਕਮ ਮੁਤਾਬਕ ਗਏ। ਜਿੱਲੇ ਉਹ ਦੁੱਖ ਭੰਜਨੀ ਬੇਰੀ ਇਸ਼ਨਾਨ ਕਰਕੇ ਨਿਕਲੇ, 8 ਤੀਰ ਜਾਂਦੇ ਸੀ। ਇੱਕ ਸਿੰਘ ਆਇਆ ਅਤੇ ਫਤਿਹ ਬੁਲਾਈ, ਚਲੇ ਗਿਆ। ਉਹ ਸਾਰਾ ਯਾਤਰਾ ਕਰਕੇ ਆ ਗਿਆ। ਮਹਾਰਾਜ ਨਮਸਕਾਰ ਭੇਟਾ ਚੜ੍ਹਾ ਕੇ ਕਹਿੰਦੇ ਮਹਾਰਾਜ ਦਰਸ਼ਨ ਨਹੀਂ ਹੋਏ। ਕਹਿੰਦੇ ਨੇ ਫਤਿਹ ਬੁਲਾਈ ਸੀ 1 ਵਜੇ, ਉਹ ਕੌਣ ਸੀ? ਸੰਤ ਉੱਥੇ ਬੈਠੇ। ਕਹਿੰਦੇ ਉਹ ਗੁਰੂ ਰਾਮਦਾਸ ਜੀ ਸੀਗੇ। ਫਿਰ ਅੱਖਾਂ 'ਚ ਅੱਥਰੂ ਆ ਗਏ। ਫਿਰ ਦਰਸ਼ਨ ਵੀ ਹੋਏ, ਨਮਸਕਾਰ ਬਣਾ, ਆਸ਼ੀਰਵਾਦ ਨਾ। ਇਸ ਤਰ੍ਹਾਂ ਸਾਧ ਸਿੰਘ ਦਰਸ਼ਨ ਕੋ ਲੋਚਿਆ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਚਾਹੁੰਦੇ ਸਾਰੇ ਆ, ਪਰ ਇਹ ਚੀਜ਼ਾਂ ਉਦੋਂ ਹੁੰਦੀਆਂ ਜਦੋਂ ਨਿਯਮ ਬਣਾਏ ਹੋਏ ਆ। ਨਾਮ ਜਪਣ ਦਾ ਵੀ ਕੋਈ ਅਸੂਲ ਆ, ਕੋਈ ਨਿਯਮ ਆ, ਕੋਈ ਤਰੀਕਾ ਹੈ। ਉਹਨਾਂ ਨਿਯਮਾਂ 'ਚ ਆ ਕੇ ਕਰਾਂਗੇ ਅਤੇ ਫਿਰ ਗੁਰੂ ਮਹਾਰਾਜ ਬੜੀ ਛੇਤੀ ਬਖਸ਼ਿਸ਼ ਵੀ ਕਰ ਦਿੰਦੇ ਹਨ। ਕਹਿੰਦੇ ਭੇਦੀ ਲੀਨਾ ਸਾਥ ਕਰ ਲੀਨੀ ਵਸਤ ਲਿਖਾਏ, ਕੋਟ ਜਾਨੂ ਕਾ ਪੱਥ ਤਾ ਖਿਨ ਮੈਂ ਪਹੁੰਚਿਆ ਜਾਏ। 4 ਬੜੇ ਬੜੇ ਪ੍ਰੋਫੈਸਰ ਬੰਬੇ ਕੋਈ ਕਾਨਫਰੰਸ ਹੀ ਜਾ ਰਹੇ ਆ। ਉਹ ਪੜਾਕੂ ਨਕਸ਼ੇ ਕੋਲ ਅਤੇ ਜ਼ਿਲ੍ਹੇ ਸਾਹਿਬ ਗਏ ਅਤੇ ਰਾਹ ਭੁੱਲ ਗਏ, ਚਰਾਹਾ ਆ ਗਿਆ। ਕਹਿਣ ਕਿੱਧਰ ਜਾ, ਉੱਧਰ ਟਾਈਮ ਦਿੱਤਾ ਆ, ਭੰਬਲ ਭੂਸੇ ਪੈ ਗਏ ਕਿ ਜੇ ਲੇਟ ਹੋ ਗਿਆ। ਕਹਿਣਾ ਇੰਨੇ ਪੜ੍ਹ ਕੇ ਤੁਸੀਂ ਸਮੇਂ ਦੀ ਕਦਰ ਨਹੀਂ ਕਰਦੇ। ਉੱਥੇ ਇੱਕ ਭੇਡਾਂ ਚਾਰਨ ਵਾਲਾ ਚਰਵਾਹਾ ਲੜਕਾ, ਉੱਥੇ ਇੱਕ ਨੌਕਰ ਛੱਡਿਆ, ਉਹਨੂੰ ਨਾਲ ਲਿਆ, ਇਲਾਕੇ ਦਾ ਵਾਕਫ ਸੀ ਰਸਤੇ ਦਾ, ਉੱਥੇ ਪਹੁੰਚਾ ਕੇ ਆਇਆ। ਇਸੇ ਤਰ੍ਹਾਂ ਜਿਹੜਾ ਧਰਮ ਮਾਰਗ ਹੈ, ਭੇਦੀ ਲੀਨਾ ਸਾਥ ਕਰ, ਇਸ ਰਸਤੇ ਦਾ ਜਿਹੜਾ ਭੇਦੀ ਮਹਿਰਮ, ਉਹਦਾ ਸਾਥ ਲਓਗੇ। ਦੀਨੀ ਵਸਤ ਲਿਖਾਏ, ਜਿਹੜੀ ਗੋਝ ਵਸਤੂ ਸਾਡੇ ਅੰਦਰ ਛੁਪੀ ਹੋਈ ਹੈ ਉਹਨੂੰ ਲਿਖਾ ਦਿੰਦਾ, ਜਣਾ ਦਿੰਦਾ। ਕੋਟ ਜਨਮ ਕਾ ਪੱਥ, ਇਹ ਕਰੋੜਾਂ ਜਨਮਾਂ ਦਾ ਰਸਤਾ 84 ਲੱਖ ਜੂਨਾਂ 'ਚ ਘੁੰਮਦਾ ਹੋਇਆ 7.5 ਕਰੋੜ ਸਾਲ ਤੋਂ ਬਾਅਦ ਮਾਨਸ ਦੇ ਵਿੱਚ ਆਇਆ। ਅਤੇ ਸਾਧ ਸੰਗਤ ਜੀ ਦੀ ਕੋਟ ਜਨਮ ਕਾ ਪੱਥ ਥਾ ਖਿਨ ਮੈਂ ਪਹੁੰਚੇ ਜਾਏ। ਜੇ ਉਹ ਪੂਰਨ ਪੁਰਖ ਦੀ ਸੰਗਤ ਹੋ ਜਾਏ, ਉਹਦੇ ਬਚਨ ਦਾ ਅਧਿਕਾਰੀ ਬਣ ਕੇ ਕਰੇਗਾ। ਜਿਹੜੀਆਂ ਆਪਾਂ ਟੱਕਰਾਂ ਬਹੁਤ ਸਮੇਂ ਤੋਂ ਮਾਰਦੇ ਹਾਂ, ਉਹ ਖਿਨ ਵਿੱਚ ਉਸ ਚੀਜ਼ ਦੀ ਪ੍ਰਾਪਤੀ, ਜਿਹਨੂੰ ਪ੍ਰਾਪਤੀ ਕਰਨੀ ਚਾਹੁੰਦੇ ਹਾਂ। ਇਸ ਵਾਸਤੇ ਸਾਧ ਸੰਗਤ ਜੀ, ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਕਿਉਂਕਿ ਕੱਲ੍ਹ ਫਿਰ ਮੇਰੀ ਫਲਾਈਟ ਆ ਅਤੇ ਬਾਬਾ ਜੀ ਦੀ ਬਰਸੀ 'ਤੇ ਤਾਂ ਨਰੋਲ ਸੰਧਵਾ ਮੋਹਨ ਸਿੰਘ ਦੇ ਜੀਵਨ ਉੱਤੇ ਬੇਨਤੀ ਕਰਾਂਗਾ। ਅਤੇ ਸੰਗਤ ਦੀ ਆਵਾਜਾਈ ਰਹੀ, ਹੁਣ ਵੀ ਕਈਆਂ ਨੇ ਮਿਲਣ ਆਉਣਾ, ਕਿਉਂਕਿ ਤੁਹਾਨੂੰ ਪਤਾ ਸਾਰੇ ਡਿਊਟੀਆਂ ਵਾਲੇ ਆ, ਇਸ ਕਰਕੇ ਮੈਨੂੰ ਛੁੱਟੀ ਦੇ ਦਿਓ। ਜਿੱਤ ਤਾਂ ਮੇਰਾ ਵੀ ਕਰਦਾ ਸੀ, ਵਿੱਚ ਬੈਠਾ, ਕਿਉਂਕਿ ਆਪਣਾ ਤਾਂ ਕੰਮ ਹੀ ਇਹ ਹੈ, ਦੂਆ ਕੰਮ ਹੀ ਹੈ ਨਹੀਂ। ਬਾਬਾ ਜਵਾਲਾ ਨੇ ਬਾਕੀ ਸਾਰੇ ਧੰਦੇ ਨਿਬੇੜ ਦਿੱਤੇ ਆ, ਇੱਕੋ ਹੀ ਰਹਿ ਗਿਆ ਇਹ। ਹੋਰ ਕੋਈ ਧੰਦਾ ਨਹੀਂ, ਨਾ ਕੋਈ ਫੁਰਨਾ, ਨਾ ਕੋਈ ਇੱਛਾ। ਇਹ ਹੈ ਅਤੇ ਇਹ ਸੰਗਤ ਮਹਾਂਪੁਰਖ ਗੁਰੂ ਮਹਾਰਾਜ ਦੀ ਅਸੀਸ ਨਾਲ ਹੀ ਇਹ ਬਰਕਤਾਂ ਜਿਹੜੀਆਂ ਪ੍ਰਾਪਤ ਹੋਣੀਆਂ, ਆਪਣੀ ਚਤਰਾਈ ਦੇ ਨਾਲ ਨਹੀਂ। ਲਓ ਇੱਕ ਧਾਰਨਾ ਪੜ੍ਹਾਂਗੇ, ਉਹ ਤੋਂ ਬਾਅਦ ਫਿਰ ਤੁਸੀਂ ਆਪਣਾ ਸ਼ੁਰੂ ਕਰ ਲਿਓ। ਬਹੁਤੇ ਜੁਗ ਫਿਰਦੇ ਫਿਰਦੇ ਨੂੰ, 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 ਬਹੁਤੇ ਜੁਗ ਫਿਰਦੇ ਫਿਰਦੇ ਨੂੰ,
ਬਹੁਤੇ ਜੁਗ ਫਿਰਦੇ ਫਿਰਦੇ ਨੂੰ। ਬਹੁਤੇ ਜੁਗ ਫਿਰਦੇ ਫਿਰਦੇ ਨੂੰ, ਬਹੁਤੇ ਜੁਗ ਫਿਰਦੇ ਫਿਰਦੇ ਨੂੰ। ਮਾਨਸ ਦੇਹੀ ਮਿਲ ਗਈ, ਬਹੁਤੇ ਜੁਗ ਫਿਰਦੇ ਫਿਰਦੇ ਨੂੰ, ਬਹੁਤੇ ਜੁਗ ਫਿਰਦੇ ਫਿਰਦੇ ਨੂੰ। ਮਾਨਸ ਦੇਹੀ ਮਿਲ ਗਈ, ਬਹੁਤੇ ਜੁਗ ਫਿਰਦੇ ਫਿਰਦੇ ਨੂੰ, ਬਹੁਤੇ ਜੁਗ ਫਿਰਦੇ ਫਿਰਦੇ ਨੂੰ। ਮਾਨਸ ਦੇਹੀ ਮਿਲ ਗਈ, ਬਹੁਤੇ ਜੁਗ ਫਿਰਦੇ ਫਿਰਦੇ ਨੂੰ, ਬਹੁਤੇ ਜੁਗ ਫਿਰਦੇ ਫਿਰਦੇ ਨੂੰ। ਮਾਨਸ ਦੇਹੀ ਮਿਲ ਗਈ, ਬਹੁਤੇ ਜੁਗ ਫਿਰਦੇ ਫਿਰਦੇ ਨੂੰ, ਬਹੁਤੇ ਜੁਗ ਫਿਰਦੇ ਫਿਰਦੇ ਨੂੰ। ਬਹੁਤੇ ਜੁਗ ਫਿਰਦੇ ਫਿਰਦੇ ਨੂੰ, ਬਹੁਤੇ ਜੁਗ ਫਿਰਦੇ ਫਿਰਦੇ ਨੂੰ। ਬਹੁਤੇ ਜੁਗ ਫਿਰਦੇ ਫਿਰਦੇ ਨੂੰ, ਬਹੁਤੇ ਜੁਗ ਫਿਰਦੇ ਫਿਰਦੇ ਨੂੰ। ਭਗਵਾਨ ਬੁੱਧ ਕਹਿੰਦੇ, ਮੈਂ ਪਿਛਲੇ ਜਨਮ 'ਚ ਸੰਡੇ ਦੀ ਜੂਨ ਵਿੱਚ ਸੀ। ਵੱਡੇ ਬੰਦੇ ਦੇਖ ਲਓ, ਲੁਕਾਉਂਦੇ ਨਹੀਂ ਨਾ। ਕਹਿੰਦੇ ਜਿਹੜੇ ਬ੍ਰਿਕਸ਼ ਥੱਲੇ ਮੈਂ ਰਹਿੰਦਾ ਸੀ, ਉੱਥੇ ਇੱਕ ਬਾਂਦਰ ਰਹਿੰਦਾ ਸੀ। ਉਹ ਬੜਾ ਸ਼ਰਾਰਤੀ ਸੀ। ਉਹ ਮੇਰੇ ਸਰੀਰ 'ਤੇ ਚੜ੍ਹ ਜਾਂਦਾ ਸੀ। ਕਦੀ ਕੋਈ ਸ਼ਰਾਰਤ ਕਰਦਾ ਸੀ, ਕਦੀ ਕੋਈ ਸ਼ਰਾਰਤ ਕਰਦਾ ਸੀ। ਕਹਿੰਦੇ ਮੈਂ ਮਸਤ ਹੋ ਕੇ ਪਿਆ ਰਹਿੰਦਾ ਸੀ। ਮੈਂ ਮਨ 'ਚ ਵਿਚਾਰਦਾ ਸੀ ਕਿ ਮੇਰੇ ਵਿੱਚ ਇਹਦੇ ਨਾਲ ਬਹੁਤ ਵੱਡਾ ਕਰਤੇ ਪੁਰਖ ਨੇ ਬਲ ਰੱਖਿਆ। ਮੈਂ ਇਹਦੇ ਢਿੱਡ ਵਿੱਚ ਸਿੰਗ ਮਾਰ ਕੇ ਇਹਦਾ ਢਿੱਡ ਪਾੜ ਸਕਦਾ ਸੀ, ਪੈਰ ਥੱਲੇ ਨੱਪ ਕੇ ਇਹਨੂੰ ਮਾਰ ਸਕਦਾ ਸੀ। ਪਰ ਮੈਂ ਖੇਮਾ ਬਿਰਤੀ ਧਾਰੀ ਵੀ ਪਤਾ ਨਹੀਂ ਕਿਹੜੇ ਜਨਮ 'ਚ ਭਟਕਦਾ ਭਟਕਦਾ ਆਇਆ। ਜੇ ਆਪੂ ਤੋਂ ਤਕੜਾ ਬੰਦਾ ਹੋਵੇ, ਉਹਦਾ ਜ਼ੁਲਮ ਬੰਦਾ ਬਰਦਾਸ਼ਤ ਕਰ ਲੈਂਦਾ, ਅਤੇ ਮਾੜਾ ਬੰਦਾ ਮੂਹਰੇ ਬੋਲ ਨਹੀਂ ਨਾ ਸਕਦਾ। ਪਰ ਕਹਿੰਦੇ ਜੇ ਮਾੜਾ ਮੇਰੇ 'ਤੇ ਕਰਦਾ ਤਾਂ ਮੈਨੂੰ ਬਰਦਾਸ਼ਤ ਕਰ ਲੈਣਾ ਚਾਹੀਦਾ। ਖੇਮਾ ਕਹਿੰਦੇ ਉਸ ਖੇਮਾ ਨੇ ਮੈਨੂੰ ਇਹ ਮਨੁੱਖ ਜਨਮ ਦਿੱਤਾ। ਫਿਰ ਦੇਖ ਲਓ ਕਿੱਥੇ ਉਹ ਪਹੁੰਚੇ। ਸੋ ਇਸ ਕਰਕੇ ਸੁਖਦੇਵ ਮੁਨੀ ਕਹਿੰਦਾ ਮੈਨੂੰ 3 ਜਨਮਾਂ ਦਾ ਗਿਆਨ ਆ। ਬਿਆਸ ਦਾ ਲੜਕਾ, ਇੱਕ ਜਨਮ ਕਹਿੰਦੇ ਮੈਂ ਬਿੱਲਾ ਬਣਿਆ, ਇੱਕ ਜਨਮ ਵਿੱਚ ਰਿਛ ਬਣਿਆ। ਕਹਿੰਦਾ ਇੱਕ ਜਨਮ ਵਿੱਚ ਮੈਂ ਖਟਮਲ ਬਣ ਗਿਆ। ਕਹਿੰਦਾ ਇੱਕ ਜੱਟੀ ਘਰ ਵਾਲੇ ਲਈ ਪ੍ਰਸ਼ਾਦਾ ਲਿਜਾ ਰਹੀ ਹੈ। ਇੱਕ ਹੱਥ ਵਿੱਚ ਲੱਸੀ ਦੀ ਬਾਲਟੀ, ਇੱਕ ਜਲਦੀ, ਅਤੇ ਸਿਰ 'ਤੇ ਛਾਬਾ ਪ੍ਰਸ਼ਾਦਿਆਂ ਦਾ, ਦਾਲ ਸਬਜ਼ੀ ਰੱਖੀ ਹੋਈ ਹੈ। ਉਹਦੇ ਕਹਿੰਦੇ ਬਸਤਰਾਂ 'ਚ ਮੈਂ ਮੰਗ ਨੂੰ ਚੜ੍ਹ ਗਿਆ। ਕਦੀ ਕਿਤੇ ਦੰਦੀ ਵੱਢਾਂ, ਕਦੀ ਕਿਤੇ। ਉਹ ਬੜੀ ਪਰੇਸ਼ਾਨ ਹੋ ਗਈ। ਕਦੀ ਕੂਣੀ ਮਾਰੇ ਮੈਂ ਦੂਏ ਪਾਸੇ ਦੌੜ ਜਾਂ। ਬਹੁਤ ਉਹ ਬੇਹਾਲ ਹੋ ਗਈ। ਉਹਨੂੰ ਬਾਲਟੀਆਂ ਰੱਖ ਦਿੱਤੀਆਂ, ਟੋਕਰਾ ਲਾ ਕੇ ਰੱਖਤਾ। ਉਹਨੇ ਫਿਰ ਕੱਪੜੇ ਦੇਖਿਆ ਕਿੱਥੇ ਹੈ। ਕੱਪੜੇ ਦੇ ਵਿੱਚ ਹੀ ਮੈਨੂੰ ਫੜ ਕੇ ਉਹ ਮਲ ਕੇ ਮਾਰ ਦਿੱਤਾ। ਇਹ ਬਿਆਸ ਦਾ ਲੜਕਾ ਸੁਖਦੇਵ ਮੁਨੀ ਕਹਿ ਰਿਹਾ ਵੀ ਕਿਹੜੇ ਕਿਹੜੇ ਜਨਮਾਂ 'ਚ ਭਟਕਦੇ ਕਹਿੰਦੇ ਆਏ ਆ ਅਤੇ ਹੁਣ ਮਿਲਿਆ। ਇਹ ਮਨੁੱਖ ਜਨਮ ਸਾਡੀ ਚਿਤਰਾਈ ਨਾਲ ਨਹੀਂ ਮਿਲਿਆ, ਉਹਦੀ ਕਿਰਪਾ ਨਾਲ ਮਿਲਿਆ। ਅਸੀਂ ਆ ਸ਼ਰਾਬਾਂ, ਕਬਾਬਾਂ, ਨਸ਼ਿਆਂ 'ਚ, ਫੈਸ਼ਨਾਂ ਪੈ ਕੇ ਇਹਨੂੰ ਬਰਬਾਦ ਕਰ ਰਹੇ ਹਾਂ। ਇਹ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਬਣਾਏ ਆ, ਨਿਸ਼ਾਨ ਚਲਾਏ ਆ, ਕਥਾ ਕੀਰਤਨ ਦੀਵਾਨ ਹੁੰਦੇ ਆ, ਨਾਮ ਅਭਿਆਸ ਸਮਾਗਮ ਬਣਾਉਂਦੇ ਆ। ਇੱਥੇ ਆ ਕੇ ਵੀ ਪਾਰਨ ਕਰੋ, ਇਹ ਰੀਤੀਆਂ ਛੱਡੋ। ਇਹ ਰੀਤੀਆਂ ਸਾਡੀ ਸਿੱਖ ਕੌਮ ਦੇ ਵਕਾਰ ਨੂੰ ਬਹੁਤ ਸੱਟ ਮਾਰ ਰਹੀਆਂ। ਅੱਗੇ ਜਿੱਥੋਂ ਸਿੰਘ ਲੰਘ ਜਾਂਦਾ ਸੀ ਨਾ, ਕਹਿੰਦੇ ਆਏ ਨਹੀਂ ਨਿਹੰਗ, ਦਰਵਾਜ਼ੇ ਖੋਲ੍ਹ ਦਿਓ ਨਿਸੰਗ, ਕਿਉਂਕਿ ਉਹਨਾਂ ਦਾ ਜੀਵਨ ਇੰਨਾ ਉੱਚਾ ਸੀ। ਹੁਣ ਸਾਡਾ ਕਿਰਦਾਰ ਇਹੋ ਜਿਹਾ ਬਣ ਗਿਆ, ਉਹ ਦੇਖ ਕੇ ਕੰਨੀ ਕਤਰਾਉਣ ਲੱਗ ਪਏ ਲੋਕ। ਬਗਾਨੇ ਦੇਸ਼ਾਂ ਵਿੱਚ ਆਏ ਆ, ਪ੍ਰਦੇਸ਼ਾਂ 'ਚ ਆਏ ਆ,
ਆਪਣਾ ਜੀਵਨ ਇੰਨਾ ਉੱਚਾ ਸੁੱਚਾ ਬਣਾਓ, ਤੁਹਾਨੂੰ ਦੇਖ ਕੇ ਲੋਕ ਹੀ ਆਪਣਾ ਜੀਵਨ ਬਦਲਣਾ ਸ਼ੁਰੂ ਕਰ ਦੇਣ। ਇਸ ਕਰਕੇ ਪਿਆਰਿਓ, ਜ਼ਿਆਦਾ ਸਮਾਂ ਨਹੀਂ ਤੇ ਆਪਣਾ ਜਿਹੜਾ ਕਾਰਜ ਯਾਨੀ ਜੀ ਹੈਂ ਤੇ ਆਰੰਭ ਕਰੀਏ। ਸਤਿਗੁਰ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ। ਨਿਹੰਗ ਸਿੰਘ ਬੱਚੇ ਆਏ ਹੈ। ਅੱਜ ਇੱਕ ਨਿਹੰਗ ਸਿੰਘ, ਮੈਂ ਪੁੱਛਿਆ ਕੀ ਕਰਦਾ? ਕਹਿੰਦੇ ਵਕਾਲਤ। ਮੈਂ ਕਿਹਾ ਬਾਣਾ ਐਵੇਂ ਰੱਖੋਗੇ? ਕਹਿੰਦੇ ਜੀ ਮਹਾਰਾਜ ਕਿਰਪਾ ਕਰਨਗੇ ਐਵੇਂ। ਮਨ ਨੂੰ ਬੜੀ ਪ੍ਰਸੰਨਤਾ ਹੋਈ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਨੌਜਵਾਨ ਪ੍ਰਪੱਕ ਹੋ ਰਹੇ ਹੈ, ਚੜ੍ਹਦੀ ਕਲਾ 'ਚ। ਇਸ ਤਰ੍ਹਾਂ ਜੇ ਆਪਾਂ ਸਾਰੇ ਤੁਰਾਂਗੇ ਤੇ ਇਹ ਅਕਾਲ ਪੁਰਖ ਦੀ ਫੌਜ ਫਿਰ ਜਿੱਧਰ ਜਾਓਗੇ ਚੜ੍ਹਦੀਆਂ ਕਲਾ ਹੋਣਗੀਆਂ। ਚੜ੍ਹਦੀਆਂ ਕਲਾਂ ਦਾ ਸੁਪਨਾ ਲੈ ਕੇ ਤੁਹਾਡੇ ਚਰਨਾਂ 'ਚ ਆਏ ਹਾਂ। ਹੋਰ ਤਾਂ ਕੋਈ ਇੱਛਾ ਨਹੀਂ, ਮਾਇਆ ਪਦਾਰਥਾਂ ਦੀ ਤਾਂ ਉੱਥੇ ਕੋਈ ਕਮੀ ਨਹੀਂ। ਬਿਆਨ ਤੇ ਆ ਇੱਥੇ ਆਉਣ ਦਾ ਪ੍ਰਯੋਜਨ ਇਹ ਕਿ ਗੁਰੂ ਨਾਨਕ ਸਾਹਿਬ ਦਾ ਜੋ ਸਿਧਾਂਤ, ਉਹਦੇ ਲਈ ਬੇਨਤੀਆਂ ਕਰੀਏ। ਆਪਾਂ ਆਪਣੇ ਤੁਰੇ ਨਾਲ ਰਹੀਏ। ਮਹਾਰਾਜ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਸਮੁੱਚੀ ਸੰਗਤ ਵੱਲੋਂ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ, ਸਟਾਫ ਵੱਲੋਂ, ਦਾਸਾਂ ਵੱਲੋਂ, ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ। ਸੋ ਐਸੇ ਮਹਾਂਪੁਰਸ਼ਾਂ ਦੇ ਗੁਰੂ ਪਿਆਰਿਓ, ਆਪਾਂ ਨੂੰ 2 ਸਾਲਾਂ ਬਾਅਦ ਦਰਸ਼ਨ ਹੋਏ ਹੈ। ਔਰ ਸਰੀਰ ਕਰਕੇ ਚਲੋ ਇਹਨਾਂ ਦੇ ਪ੍ਰਵਚਨ ਤਾਂ ਆਪਾਂ ਯਾਦ ਕਰਦੇ ਰਹੀਦਾ ਔਰ ਯਾਦ ਕਰਦੇ ਰਹਾਂਗੇ। ਔਰ ਜੇ ਇਹਨਾਂ ਬਚਨਾਂ 'ਤੇ ਚੱਲਾਂਗੇ, ਵਾਕਿਆ ਹੀ ਸਾਡਾ ਜਿਹੜਾ ਜੀਵਨ ਹੈ ਉਹ ਬਦਲ ਜਾਵੇਗਾ। ਹੁਣੇ ਹੁਣੇ ਦੇਖੋ ਕਿਆ ਕੈਸਾ ਬਚਨ ਕੀਤਾ ਮਹਾਂਪੁਰਸ਼ਾਂ ਨੇ ਵੀ ਜੇ ਸਾਡਾ ਜੀਵਨ ਉੱਚਾ ਹੋਵੇ। ਔਰ ਜਿਹੜੀ ਗੱਲ ਨਿਸੰਗਤਾ ਦੀ ਕੀਤੀ ਹੈ, ਵਾਕਿਆ ਹੀ ਗੁਰੂ ਪਿਆਰਿਓ, ਸੋ ਸਾਡੇ ਵੱਲ ਦੇਖ ਕੇ ਵੀ ਹੋਰਨਾਂ ਦੇ ਜੀਵਨ ਬਦਲ ਸਕਦੇ ਨੇ। ਸੋ ਮੈਂ ਫਿਰ ਦੁਬਾਰਾ ਸਮੁੱਚੀ ਸੰਗਤ ਵੱਲੋਂ ਔਰ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਹੁਣਾਂ ਨੂੰ ਜੀ ਆਇਆਂ ਆਖਦਾ ਹੋਇਆ ਸੋ ਸਮੁੱਚੀ ਸੰਗਤ ਦਾ ਵੀ ਧੰਨਵਾਦ ਕਰਦਾ। ਉੱਥੇ ਬੇਨਤੀ ਕਰਦੇ ਹਾਂ ਕਿ ਅਗਲੇ ਸ਼ਨੀਚਰਵਾਰ ਸੋ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਸੋ ਸਾਹਿਬਾਂ ਦਾ ਸ਼ਹੀਦੀ ਪੁਰਬ 6:45 ਤੇ 11 ਸ੍ਰੀ ਸਹਿਜ ਪਾਠਾਂ ਦੇ ਪ੍ਰੋਗਰਾਮ ਹੋਣੇ ਨੇ। ਆਪ ਸਰਬੱਤ ਸੰਗਤਾਂ ਨੇ ਸਮੂਲੀਅਤ ਕਰਨੀ ਹੈ, ਹਾਜ਼ਰੀਆਂ ਭਰਨੀਆਂ ਏ। ਔਰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਸੋ ਸਮੂਹ ਸਿੱਖਾਂ ਨੂੰ ਵੀ ਆਪਾਂ ਕੋਟਾਨ ਪ੍ਰਣਾਮ ਕਰਨਾ ਹੈ। ਹੁਣ ਮੈਂ ਬੇਨਤੀ ਕਰਾਂਗਾ ਸੋ ਗੁਰੂ ਘਰ ਦੇ ਸੇਵਾਦਾਰ ਭਾਈ ਦਲਜੀਤ ਸਿੰਘ ਜੀ, ਉੱਥੇ ਭਾਈ ਤਰਲੋਚਨ ਸਿੰਘ ਜੀ ਕਾਲਰਾ ਔਰ ਨਿਹੰਗ ਸਿੰਘ ਫੌਜਾ ਬਾਬਾ ਬਲਵੀਰ ਸਿੰਘ ਜੀ, ਉਹ ਬਾਬਾ ਜੀ ਹੁਣਾਂ ਦਾ ਮਾਨ ਸਨਮਾਨ ਕਰਨਗੇ। ਮਾਨ ਸਨਮਾਨ ਤੇ ਅਸੀਂ ਕਰ ਨਹੀਂ ਸਕਦੇ ਗੁਰੂ ਪਿਆਰਿਓ, ਫਿਰ ਵੀ ਅਸੀਂ ਉਹਨਾਂ ਨੂੰ ਗੁਰੂ ਘਰ ਵੱਲੋਂ ਗੁਰੂ ਪਿਆਰਿਓ ਜੀ ਆਇਆਂ ਆਖਦੇ ਹੋਏ ਗੁਰੂ ਘਰ ਵੱਲੋਂ ਲੋਈ ਸਰੂਪਾ ਦੇ ਕੇ ਬਾਬਾ ਜੀ ਹੁਣਾਂ ਦਾ ਧੰਨਵਾਦ ਕਰਦੇ ਹਾਂ। ਔਰ ਇਹ ਬੇਨਤੀ ਸਾਡੀ ਪ੍ਰਵਾਨ ਕਰਨ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸ਼੍ਰੀਮਾਨ ਸੰਧਵਾ ਕਰਤਾਰ ਸਿੰਘ ਜੀ ਮਹਾਰਾਜ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਸਥਾਨ 'ਤੇ ਗਏ ਸੀ। ਜਥੇ ਸਮੇਤ ਕੋਈ ਦਿਨ ਬ੍ਰਹਮ ਵਿਦਿਆ ਦਾ ਪ੍ਰਚਾਰ ਕਰਦੇ ਰਹੇ, ਅਮਰ ਪ੍ਰਚਾਰ ਹੋਏ। ਸੇਵਾਦਾਰਾਂ ਸੰਗਤ ਵੱਲੋਂ ਮਹਾਂਪੁਰਖਾਂ ਨੂੰ ਸਰੋਪਾ ਬਖਸ਼ਿਸ਼ ਹੋਇਆ। ਉਹਨੇ ਗੁਰੂ ਮਹਾਰਾਜ ਦੀਆਂ ਪੰਗਤੀਆਂ ਦੁਆਰਾ ਬੇਨਤੀਆਂ ਕੀਤੀਆਂ ਸੀ। ਸਿਰ ਪਾਓ, ਜਿਹੜਾ ਪਾਓ ਪੈਰਾਂ ਤੋਂ ਲੈ ਕੇ ਸਿਰ ਤੇ ਪੜਦਾ ਕੱਜੇ, ਉਹਦਾ ਨਾਂ ਹੈ ਸਰੋਪਾ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂ ਪਤ ਮੇਰੀ। ਆਮ ਕਈ ਰਾਗੀ ਤੈਂ ਸਹੁ ਦਿੱਤਾ, ਇਹ ਅਸੀਂ ਤੈਨੂੰ ਦਿੱਤਾ। ਇਹ ਘੂੰਕੜ ਦਾ ਅਰਥ ਕਿੰਨਾ ਬਦਲ ਗਿਆ। ਤੈਂ ਸਹਿ ਦਿੱਤਾ, ਇਹ ਪਾਤਸ਼ਾਹ ਤੁਸੀਂ ਸਾਨੂੰ ਦਿੱਤਾ। ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਆ ਜਿਹੜਾ ਸਾਰਿਆਂ ਦੇ ਪੜਦੇ ਕੱਜਦਾ। ਹੁਣ ਭਾਈ ਤੁਸੀਂ ਨਾਮ ਬਾਰੇ ਕੁਝ ਓਕੇਸ਼ਨਾਂ ਜਿਹੜੀਆਂ ਸੀਆਂ ਸਾਰੇ ਤੁਸੀਂ ਪੜ੍ਹੇ ਲਿਖੇ ਆ, ਉਹ ਬੇਨਤੀ ਕਰਦੀ ਹੈ। ਅਤੇ ਹੁਣ
ਆਪਣਾ ਕਰਿਓ। ਅੱਜ ਚੱਲ ਸੋ ਚਲੇ ਰਹੀ ਹੈ ਅਤੇ ਕੁਝ ਫੇਰ ਮਿਲਣ ਆ ਜਾਂਦੇ ਆ, ਇਸ ਕਰਕੇ ਮਾਫੀ ਆਨੰਦ ਤਾਂ ਬਹੁਤ ਹੁੰਦਾ, ਪਰ ਰਲ ਮਿਲ ਕੇ ਸਾਰੇ ਬੜਾ ਇਸ ਗੁਰੂ ਘਰ ਵਿੱਚ ਇਹ ਕਿਉਂ ਮਰਜ਼ਾਦਾ ਪੂਰੀ ਆ। ਪਾਠਾਂ ਦੀ ਵੀ ਵਿਧੀ ਵਿਧਾਨ ਸਾਰਾ ਗੁਰਮਤ ਅਨੁਸਾਰ ਜੋ ਪੁਰਾਣਾ ਟਕਸਾਲਾਂ ਸੰਪਰਦਾਨ ਚੱਲਦਾ, ਇਸ ਗੁਰੂ ਘਰ 'ਚੋਂ ਮਰਜ਼ਾਦਾ ਚੱਲਦੀ ਹੈ। ਖੁਸ਼ ਹੁੰਦਾ ਮਨ ਵੀ ਹੈ, ਨਹੀਂ ਤਾਂ ਅੱਜ ਕੱਲ੍ਹ ਆਪੋ ਆਪਣੀਆਂ ਮਰਜ਼ਾਦਾ ਬਣਾਈ ਜਾਂਦੇ ਆ, ਪਰ ਬਰਕਤ ਉਹਦੇ 'ਚ ਮਿਲਣੀ ਆ ਜੋ ਗੁਰੂ ਮਹਾਰਾਜ ਬਣਾ ਕੇ ਗਏ ਆ, ਉਹਦੇ 'ਚ ਮਹਾਰਾਜ ਬਖਸ਼ਿਸ਼ ਮਿਲਣੀ ਆ। ਸੋ ਭਾਈ ਦਲਜੀਤ ਸਿੰਘ ਜੀ ਦਾ, ਸਾਰੀ ਪ੍ਰਬੰਧਕ ਕਮੇਟੀ, ਨਿਹੰਗ ਸਿੰਘ, ਸਾਰੀਆਂ ਸੰਗਤਾਂ ਦਾ, ਗ੍ਰੰਥੀ ਸਿੰਘਾਂ ਦਾ, ਢਾਡੀ ਸਿੰਘ, ਰਾਗੀ ਸਿੰਘ, ਗਿਆਨੀ, ਜਿੰਨੀ ਵੀ ਸਮੁੱਚੀ ਸੰਗਤ, ਕਿਉਂਕਿ 88 ਤੋਂ ਮੈਂ ਆਉਣਾ ਕਿੰਨੇ ਸਾਲ ਹੋ ਗਏ, ਬੱਚਾ ਵਾਕਫ ਆ, ਸਾਰੇ ਪਿਆਰ ਕਰਦੇ ਆ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ। ਆ ਕਰੋਨਾ ਕਰਾਨਾ ਜਿਹੜਾ ਨਾ ਇਹ ਭੱਜ ਜਾਊਗਾ ਜੇ ਨਾਮ ਅਭਿਆਸ ਕਰੋਗੇ, ਕਿਉਂਕਿ ਸਰਬ ਰੋਗ ਕੋ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਦੁਬਾਰਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਉਹਨਾਂ ਦਾ। ਔਰ ਨਾਲ ਬੇਨਤੀ ਹੈ ਕਿ ਕੱਲ੍ਹ ਨੂੰ ਠੀਕ 11 ਤੋਂ 12 ਵਜੇ ਤੱਕ ਬਾਬਾ ਜੀ ਦੁਪਹਿਰ ਦੇ ਦੀਵਾਨਾਂ ਅੰਦਰ ਸੋ ਗਿਆਨੀ ਸੰਤ ਬਾਬਾ ਮੋਹਨ ਸਿੰਘ ਜੀ ਉਹਨਾਂ ਦੀ ਪਹਿਲੀ ਬਰਸੀ ਨੂੰ ਸਮਰਪਿਤ ਸੋ ਦੀਵਾਨ ਵਿੱਚ ਕਥਾ ਕਰਨਗੇ। ਆਪ ਸਰਬੱਤ ਸੰਗਤਾਂ ਨੇ ਉਸ ਸਮੇਂ ਵੀ ਲਾਹੇ ਪ੍ਰਾਪਤ ਕਰਨੇ। ਸੋ ਆਓ ਜੁੜੀਏ ਹੁਣ ਆਪਾਂ ਹਫ਼ਤਾਵਾਰੀ ਨਾਮ ਸਿਮਰਨ ਦੇ ਨਾਲ। ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਔਸਰ ਲਏ ਛਡਾਏ। ਔਰ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਪਿਆਰਿਓ, ਸੋ ਆਪਾਂ ਨਾਮ ਦੇ ਨਾਲ ਜੁੜਨਾ ਹੈ, ਕਿਉਂਕਿ ਇਹ ਆਪਣਾ ਬਹੁਤ ਵੱਡਾ ਜੋ ਲੰਮੇ ਸਮੇਂ ਤੋਂ ਸਮਾਗਮ ਚੱਲ ਰਿਹਾ। ਆਓ ਸੋ ਜੁੜੀਏ ਨਾਮ ਸਿਮਰਨ ਦੇ ਨਾਲ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।